ਸਤਿ ਸ਼੍ਰੀ ਅਕਾਲ, ਨਮਸਤੇ ਜੀ ਆਇਆਂ ਨੂੰ ਬੱਚੇ। ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਲਰਨਿੰਗ ਵਿਦ ਮੋਹਿਤਾ ਵਿੱਚ। ਪੰਜਾਬੀ ਲਰਨਿੰਗ ਦੀ ਕੜੀ ਵਿੱਚ ਅਸੀਂ ਅੱਜ ਜੋ ਅਗਲਾ ਚੈਪਟਰ ਕਰਨ ਜਾ ਰਹੇ ਹਾਂ ਉਹ ਹੈ 9ਵੀਂ ਕਲਾਸ ਦੀ ਇੱਕ ਕਹਾਣੀ ਹੈ ਸੰਤੋਖ ਸਿੰਘ ਧੀਰ ਦੀ ਲਿਖੀ ਹੋਈ ਇੱਕ ਸਧਾਰਨ ਆਦਮੀ। ਬਹੁਤ ਹੀ ਵਧੀਆ ਔਰ ਛੋਟੀ ਜਿਹੀ ਕਹਾਣੀ ਹੈ। ਉਮੀਦ ਕਰ ਰਹੀ ਤੁਹਾਨੂੰ ਚੰਗੀ ਤਰ੍ਹਾਂ ਜੋ ਕਿ ਸਮਝ ਇਸ ਦੀ ਕਹਾਣੀ ਦੀ ਆਏਗੀ। ਸੋ ਇੱਕ ਸਧਾਰਨ ਆਦਮੀ ਜੋ ਕਹਾਣੀ ਹੈ ਲਿਖੀ ਕਿਸ ਦੀ ਹੋਈ ਹੈ? ਸੰਤੋਖ ਸਿੰਘ ਧੀਰ ਦੀ। ਇਸ ਦੇ ਜੋ ਮੁੱਖ ਪਾਤਰ ਹਨ ਉਹ ਪਹਿਲਾ ਹੈ ਜਿਉਣਾ, ਜਿਸ ਦੀ ਉਮਰ ਕਿੰਨੀ ਹੈ? 50-55 ਸਾਲ ਦਾ ਇੱਕ ਸਧਾਰਨ ਜਿਹਾ ਵਿਅਕਤੀ ਹੈ। ठीक है। दूसरा है बचन सिंह जो जिउने का छोटा भरा है। फिर है सद्दा सिंह जो 60-65 साल का एक अड़ब इंसान, अड़ब मतलब गुस्से वाला इंसान है। फिर चौथा जो मुख पात्र जो आए ने पुलिस और कुछ सिपाही हैं। सो हुण असीं विस्तार नाल जिउने की कहानी पढ़ांगे जिसका कि नाम है एक सधारण आदमी। ਜਿਉਣਾ ਕਿ ਬਹੁਤ ਹੀ ਸਧਾਰਨ ਜਿਹਾ ਵਿਅਕਤੀ ਸੀ ਜਿਸ ਨੂੰ ਕਿ ਲੜਾਈ ਝਗੜੇ ਤੋਂ ਜੋ ਕਿ ਹਮੇਸ਼ਾ ਦੂਰ ਰਹਿੰਦਾ ਸੀ। ਕਿਸੇ ਨੂੰ ਇਨਸਾਨ ਨੂੰ ਕੀ ਮੁਸ਼ਕਲ ਨਾ ਕਿਸੇ ਇਨਸਾਨ ਨੂੰ ਗੰਦਾ ਭੈੜਾ ਕੀ ਬੋਲਣਾ ਉਸਨੇ ਅੱਜ ਤੱਕ ਕਿਸੇ ਕੁੱਤੇ ਨੂੰ ਇੱਕ ਸੋਟੀ ਤੱਕ ਨਹੀਂ ਸੀ ਮਾਰੀ ਵੀ। ਇੰਨਾ ਉਹ ਸਧਾਰਨ ਵਿਅਕਤੀ ਸੀ, ਬਹੁਤ ਹੀ ਸ਼ਰੀਫ ਈਮਾਨਦਾਰ ਵਿਅਕਤੀ ਸੀ। ਪਰ ਇਸ ਕਹਾਣੀ 'ਚ ਜਿਹੜਾ ਦੂਸਰਾ ਪਾਤਰ ਹੈ ਸੱਦਾ ਸਿੰਘ, ਉਹ ਕਹਿੰਦੇ ਕਿ ਬਹੁਤ ਹੀ ਅੜਬ ਅਤੇ ਗੁੱਸੇ ਵਾਲਾ ਇਨਸਾਨ ਸੀ। ਹਰ ਇੱਕ ਨਾਲ ਲੜਾਈ ਝਗੜਾ ਕਰਨਾ ਉਸਦੇ ਸੁਭਾਅ ਵਿੱਚ ਸੀ। ਜਿਉਣੇ ਦਾ ਤੇ ਸੱਦਾ ਸਿੰਘ ਜਿਹੜੇ ਦੋਵੇਂ ਸੀ ਇੱਕ ਖੂਹ ਸੀ ਜਿਸ ਦਾ ਨਾਂ ਸੀ ਨਿਆਈ ਵਾਲਾ ਖੂਹ। ਉਸ ਦੋਵਾਂ ਦੀ ਉਸ ਖੂਹ ਵਿੱਚ ਹਿੱਸੇਦਾਰੀ ਸੀ। ਇੱਕ ਤਰਫ ਤੇ ਜਿਉਣਾ ਤੇ ਉਸਦਾ ਭਰਾ ਬਚਨ ਸਿੰਘ ਹਿੱਸੇਦਾਰ, ਦੂਸਰੇ ਪਾਸੇ ਜਿਹੜਾ ਸੀ ਕਿ ਸੱਦਾ ਸਿੰਘ ਹਿੱਸੇਦਾਰ ਸੀ। ਇਹ ਜਿਹੜੀ ਕਹਾਣੀ ਦੀ ਮੁੱਖ ਜਿਹੜੀ ਸਾਰੀ ਵੀ ਘਟਨਾ ਹੈ ਵਿਸਾਖ ਦੇ ਮਹੀਨੇ ਵਿੱਚ ਯਾਨੀ ਕਿ ਮਾਰਚ ਅਪ੍ਰੈਲ ਦੇ ਵਿੱਚ ਘਟਨਾ ਜਿਹੜੀ ਹੈ ਵਾਪਰੀ ਹੈ। ਕਣਕ ਯਾਨੀ ਕਿ ਗੇਹੂੰ ਦੀ ਜਿਹੜੀ ਕਿ ਕਟਾਈ ਹੋ ਚੁੱਕੀ ਸੀ। ਉਸ ਤੋਂ ਬਾਅਦ ਜਿਹੜਾ ਕਮਾਦ ਜਿਹਨੂੰ ਕਿ ਗੰਨਾ ਵੀ ਕਹਿੰਦੇ ਆ ਉਹ ਲੱਗਾ ਹੋਇਆ ਸੀ, ਖੇਤਾਂ ਵਿੱਚ ਲੱਗ ਗਿਆ ਸੀ। ਸੋ ਜਿਹੜਾ ਨਿਆਈ ਵਾਲਾ ਖੂਹ ਜਿਹਦੇ ਵਿੱਚ ਸੱਦਾ ਸਿੰਘ ਵੀ ਹਿੱਸੇਦਾਰ ਹੈ ਤੇ ਜਿਉਣਾ ਵੀ ਹਿੱਸੇਦਾਰ ਹੈ, ਦੋਵਾਂ ਦੀ ਵਾਰੀ ਹੁੰਦੀ ਸੀ ਕਿ ਅੱਜ ਇਸਨੇ ਆਪਣੇ ਇਸ ਖੂਹ ਤੋਂ ਅੱਜ ਇਸਨੇ ਆਪਣੇ ਖੇਤ ਨੂੰ ਪਾਣੀ ਲਾਉਣਾ ਹੈ, ਅੱਜ ਇਸਨੇ ਆਪਣੇ ਖੇਤ ਨੂੰ ਪਾਣੀ ਲਾਉਣਾ ਹੈ। ਸੋ ਜਿਸ ਦਿਨ ਦੀ ਇਹ ਘਟਨਾ ਵਾਪਰੀ, ਇਸ ਕਹਾਣੀ ਦੀ ਜਿਹੜੀ ਘਟਨਾ ਵਾਪਰਦੀ ਉਸ ਦਿਨ ਨਿਆਈ ਵਾਲੇ ਖੂਹ ਵਿੱਚੋਂ ਪਾਣੀ ਲਾਉਣ ਦੀ ਵਾਰੀ ਕਿਸ ਦੀ ਸੀ? ਜਿਉਣੇ ਉਸਦੇ ਭਰਾ ਬਚਨ ਦੀ। ਸੋ ਤੜਕੇ ਮਤਲਬ अर्ਲੀ ਮਾਰਨਿੰਗ, ਸਵੇਰੇ 4-5 ਵਜੇ ਹੀ ਜਿਉਣਾ ਤੇ ਉਸਦਾ ਭਰਾ ਜਿਹੜਾ ਬਚਨ ਸਿੰਘ ਸੀ ਉਹ ਆਪਣੇ ਖੇਤ ਨੂੰ ਆਪਣੇ ਪਾਣੀ ਲਾਉਣ ਵਾਸਤੇ ਚਲੇ ਗਏ। ਜਿਸ ਜਗ੍ਹਾ ਤੇ ਖੇਤ ਸੀ ਨਿਆਈ ਵਾਲਾ ਖੂਹ ਉਸ ਦੇ ਨੇੜੇ ਹੀ ਜਿਉਣੇ ਦਾ ਇੱਕ ਕਮਰਾ ਸੀ, ਉੱਥੇ ਉਹ ਰਹਿੰਦਾ ਸੀ। ਜਿਉਂ ਹੀ ਸਵੇਰੇ ਜਿਉਣਾ ਤੇ ਬਚਨ ਸਿੰਘ ਆਪਣੇ ਖੇਤਾਂ ਨੂੰ ਪਾਣੀ ਲਾਉਣ ਵਾਸਤੇ ਉੱਥੇ ਉਹਨਾਂ ਨੇ ਖੂਹ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਥੋੜੀ ਉਸਦੀ ਆਵਾਜ਼ ਹੋਈ, ਉਸਦੀ ਆਵਾਜ਼ ਸੁਣ ਕੇ ਸੱਦਾ ਸਿੰਘ ਦੀ ਜੋ ਨੇੜੇ ਸੁੱਤਾ ਹੋਇਆ ਸੀ ਉਸ ਦੀ ਨੀਂਦ ਖੁੱਲ ਜਾਂਦੀ ਹੈ ਤੇ ਉਹ ਆ ਕੇ ਲੜਨ ਲੱਗ ਪੈਂਦਾ ਹੈ ਕਿ ਤੁਸੀਂ ਪਾਣੀ ਨਹੀਂ ਲਾਓਗੇ। ਉਹ ਆ ਕੇ ਪਾਣੀ ਦਾ ਬੰਨ ਰੋਕ ਦਿੰਦਾ ਹੈ ਕਿ ਤੁਹਾਡੀ ਪੈਲੀ ਵਾਲੇ ਖੇਤ ਵੱਲ ਪਾਣੀ ਨਹੀਂ ਜਾਏਗਾ। ਜਦਕਿ ਬਚਨ ਸਿੰਘ ਕਹਿੰਦਾ ਕਿ ਵਾਰੀ ਤਾਂ ਉਸ ਦੀ ਪਾਣੀ ਲਾਉਣ ਦੀ, ਵੀ ਕਿਉਂ ਨਹੀਂ ਪਾਣੀ ਤੂੰ ਲਾਉਣ ਦੇਗਾ। ਸੱਦਾ ਸਿੰਘ ਕਹਿੰਦਾ ਨਹੀਂ, ਅੱਜ ਵੀ ਵਾਰੀ ਮੇਰੀ ਹੈ। ਜਦਕਿ ਸੱਦਾ ਸਿੰਘ ਦੀ ਉਸ ਦਿਨ ਵਾਰੀ ਨਹੀਂ ਸੀ। ਵਾਰੀ ਉਸ ਦਿਨ ਕਿਸ ਦੀ ਸੀ? ਬਚਨ ਸਿੰਘ ਦੀ ਔਰ ਜਿਉਣੇ ਦੀ। ਇਸ ਗੱਲ ਤੋਂ ਦੋਨਾਂ ਦੀ ਬਹਿਸ ਹੋਣੀ ਸ਼ੁਰੂ ਹੋ ਜਾਂਦੀ ਹੈ। ਬਚਨ ਸਿੰਘ ਤਾਂ ਚਲੇ ਜਾਂਦਾ ਹੈ ਉੱਥੋਂ ਕਿਸੇ ਨੂੰ ਬੁਲਾਉਣ ਵਾਸਤੇ, ਲੇਕਿਨ ਰਹਿ ਜਾਂਦੇ ਉੱਥੇ ਜਿਉਣਾ ਤੇ ਸੱਦਾ ਸਿੰਘ। ਦੋਵਾਂ ਦੀ ਆਪਸ 'ਚ ਖੂਬ ਬਹਿਸ ਚੱਲਦੀ ਹੈ ਕਿ ਪਾਣੀ ਦੀ ਵਾਰੀ ਹੈ ਤਾਂ ਜਿਉਣੇ ਦੀ ਸੀ, ਲੇਕਿਨ ਸੱਦਾ ਸਿੰਘ ਜ਼ਬਰਦਸਤੀ ਕਰ ਰਿਹਾ ਸੀ। ਉਸਦੀ ਤਾਂ ਸੁਭਾਅ ਵਿੱਚ ਸੀ ਕਿ ਹਰ ਇੱਕ ਨਾਲ ਲੜਾਈ ਲੈਣੀ ਬਿਨਾਂ ਵੀ ਕਿਸੇ ਕਾਰਨ ਤੋਂ। ਸੋ ਇਸੇ ਕਹਾਣੀ ਵਿੱਚ ਲੜਾਈ ਕਾਫੀ ਵੱਧਦੀ ਗਈ, ਕਾਫੀ ਬਾਤ ਹੋਣ ਲੱਗ ਪਈ। ਤਾਂ ਕੀ ਹੋਇਆ ਕਿ ਸੱਦਾ ਸਿੰਘ ਨੇ ਪਹਿਲਾਂ ਜਿਉਣੇ ਨੂੰ ਇੱਕ ਧੱਕਾ ਦਿੱਤਾ ਹੱਥ ਨਾਲ, ਤੇ ਜਿਉਣੇ ਨੇ ਵੀ ਆਪਣੇ ਕੋਲ ਜਿਹੜੀ ਕੱਸੀ ਪਈ ਸੀ, ਜਿਹਨੂੰ ਕਹੀ ਵੀ ਕਹਿੰਦੇ ਨੇ ਤੇ ਕੱਸੀ ਵੀ ਕਹਿੰਦੇ ਨੇ, ਫੜ ਕੇ ਸੱਦਾ ਸਿੰਘ ਦੇ ਸਿਰ ਤੇ ਮਾਰੀ। ਸੱਦਾ ਸਿੰਘ ਉੱਥੇ ਹੀ ਢਹਿ ਪਿਆ, ਉਹਦੇ ਸਿਰ ਤੋਂ ਖੂਨ ਵਗਣ ਲੱਗ ਪਿਆ ਤੇ ਉੱਥੇ ਉਸਦੀ ਮੌਤ ਹੋ ਗਈ। ਖੜੇ ਖੜੋਤੇ ਜਿਹਨੂੰ ਕਹਿੰਦੇ ਉਸਦੀ ਮੌਤ ਹੋ ਗਈ। ਹਾਲਾਂਕਿ ਜਿਉਣੇ ਨੇ ਜਿਹੜੀ ਉਹਨੂੰ ਕੱਸੀ ਮਾਰੀ ਸੀ ਉਹ ਉਸਦੀ ਕਤਲ ਕਰਨ ਵਾਸਤੇ ਨਹੀਂ ਸੀ ਮਾਰੀ, ਉਸਨੇ ਤਾਂ ਉਸਨੂੰ ਪਰਾ ਧੱਕਾ ਦੇਣ ਵਾਸਤੇ ਮਾਰੀ ਸੀ, ਕਿਉਂਕਿ ਉਹਦੇ ਕੋਲ ਆਪਣੇ ਸਰੀਰ 'ਚ ਇੰਨੀ ਹਿੰਮਤ ਨਹੀਂ ਸੀ ਕਿ ਉਹ ਧੱਕਾ ਦੇ ਸਕੇ ਸੱਦਾ ਸਿੰਘ ਜੀ ਵਰਗੇ ਪਹਿਲਵਾਨ ਵਰਗੇ ਸਰੀਰ ਵਰਗੇ ਵਿਅਕਤੀ ਨੂੰ। ਸੋ ਸੱਦਾ ਸਿੰਘ ਨੂੰ ਉਸਨੇ ਪਰਾ ਕਰਨ ਲਈ ਕੱਸੀ ਮਾਰੀ, ਪਰ ਉਹ ਕੀ ਹੋਇਆ, ਕੱਸੀ ਉਸਦੇ ਜ਼ੋਰ ਦੀ ਲੱਗ ਗਈ ਸੱਦਾ ਸਿੰਘ ਦੇ, ਔਰ ਸੱਦਾ ਸਿੰਘ ਦੀ ਉੱਥੇ ਹੀ ਮੌਤ ਹੋ ਗਈ। ਇਹ ਵੇਖ ਕੇ ਜਿਉਣਾ ਤੇ ਬਹੁਤ ਘਬਰਾ ਗਿਆ। ਜਿੰਨੇ ਅੱਜ ਤੱਕ ਇੱਕ ਕੁੱਤੇ ਨੂੰ ਸੋਟੀ ਨਹੀਂ ਸੀ ਮਾਰੀ, ਕਿਸੇ ਨੂੰ ਮਾੜਾ ਬੋਲ ਨਹੀਂ ਬੋਲਿਆ, ਉੱਚਾ ਨਹੀਂ ਬੋਲਿਆ, ਅੱਜ ਉਸਦੇ ਹੱਥੋਂ ਕੀ ਹੋ ਗਿਆ ਸੀ? ਇੱਕ ਕਤਲ ਹੋ ਗਿਆ ਸੀ ਉਸਦੇ ਹੱਥੋਂ। ਸੋ ਉਹ ਬਹੁਤ ਘਬਰਾ ਗਿਆ, ਉਸਨੂੰ ਸਮਝ ਨਹੀਂ ਆਈ ਕਿ ਹੁਣ ਕੀ ਕਰੇ। ਉਸਦੇ ਅੱਗੇ ਤਾਂ ਸਾਰੀ ਇੱਕ ਫਿਲਮ ਜਿਵੇਂ ਚੱਲਣ ਲੱਗ ਪਈ ਕਿ ਉਸਦੇ ਹੱਥੋਂ ਕਤਲ ਹੋ ਗਿਆ, ਪੁਲਿਸ ਆਏਗੀ ਉਸਨੂੰ ਫੜ ਕੇ ਲੈ ਜਾਏਗੀ। ਬਹੁਤ ਜ਼ਿਆਦਾ ਵਿਚਾਰਾ ਘਬਰਾ ਗਿਆ, ਇੱਧਰ ਉੱਧਰ ਸੋਚਣ ਲੱਗਾ ਕਿ ਹੁਣ ਮੈਂ ਕੀ ਕਰਾਂਗੀ। ਚੰਦਰਮਾ ਚਮਕ ਰਿਹਾ ਸੀ, ਅਜੇ ਵੀ ਚਾਨਣੀ ਜੀ ਰਾਤ ਸੀ। ਉਹ ਘਬਰਾਇਆ, ਇੱਧਰ ਉੱਧਰ ਭੱਜਣ ਲੱਗਾ, ਭੱਜਦਾ ਗਿਆ ਜਿੱਥੇ ਉਸਦਾ ਇੱਕ ਅੱਗੇ ਜਾ ਕੇ ਇੱਕ ਹੋਰ ਖੂਹ ਆਇਆ ਜਿਸ ਦਾ ਨਾਮ ਸੀ ਸ਼ਹੀਦਾਂ ਵਾਲਾ ਖੂਹ। ਉਹਦੇ ਲਾਗੇ ਇੱਕ ਛੋਟੀ ਜਿਹੀ ਝੌਂਪੜੀ ਜੀ ਬਣੀ ਹੋਈ ਸੀ, ਝੁੱਗੀ ਜੀ ਬਣੀ ਸੀ, ਉਹਦੇ ਵਿੱਚ ਜਾ ਕੇ ਉਹ ਲੁਕ ਗਿਆ ਕਿ ਚੱਲ ਮੈਂ ਇੱਥੇ ਲੁਕਿਆ ਰਹੂੰਗਾ ਤੇ ਮੈਨੂੰ ਕੋਈ ਫੜੂਗਾ ਨਹੀਂ।
ਘੰਟਾ ਕੁ ਤਾਂ ਉੱਥੇ ਲੁਕਿਆ ਰਿਹਾ, 1 ਘੰਟਾ, ਫਿਰ ਉੱਥੋਂ ਉੱਠ ਕੇ ਬਾਹਰ ਆ ਗਿਆ ਕਿ ਨਹੀਂ ਇੱਥੇ ਤਾਂ ਮੈਨੂੰ ਕੋਈ ਵੀ ਆ ਕੇ ਲੱਭ ਲੇਗਾ, ਕੋਈ ਵੀ ਮੈਨੂੰ ਫੜ ਲੇਗਾ, ਪੁਲਿਸ ਵਾਲਾ ਫੜ ਲੇਗਾ। ਫਿਰ ਉਹ ਕਦੀ ਕਮਾਦਾਂ ਵਿੱਚ ਯਾਨੀ ਕਿ ਗੰਨੇ ਦੇ ਖੇਤ ਵਿੱਚ ਜਿਹੜੇ ਉੱਥੇ ਜਾ ਕੇ ਲੁਕ ਗਿਆ ਵੀ ਇੱਥੇ ਲੁਕਿਆ ਰਹੂੰਗਾ ਮੈਂ, 2 ਦਿਨ ਇੱਥੇ ਲੁਕ ਜਾਊਂਗਾ। ਥੋੜੀ ਦੇਰ ਉੱਥੇ ਬੈਠਿਆ, ਫਿਰ ਉੱਥੋਂ ਉੱਠ ਕੇ ਭੱਜ ਗਿਆ, ਕਿਉਂਕਿ ਉਸਦੇ ਤੋਂ ਕਤਲ ਹੋ ਚੁੱਕਾ ਸੀ। ਉਸਨੂੰ ਪਤਾ ਸੀ ਕਿ ਪੁਲਿਸ ਉਸਨੂੰ ਕਿਤੇ ਨਾ ਕਿਤੋਂ ਵੀ ਫੜ ਕੇ ਲਿਆਊਗੀ। ਔਰ ਸਭ ਤੋਂ ਵੱਡੀ ਗੱਲ ਕਿ ਸਭ ਨੂੰ, ਸਾਰੇ ਪਿੰਡ ਨੂੰ ਪਤਾ ਸੀ ਕਿ ਇਸ ਨਿਆਂਈ ਵਾਲੇ ਖੂਹ ਵਿੱਚ ਹਿੱਸੇਦਾਰੀ ਕਿਸਦੀ ਸੀ, ਸੱਦਾ ਸਿੰਘ ਦੀ ਔਰ ਜਿਉਣੇ ਦੀ। ਔਰ ਜੇ ਸਭ ਤੋਂ ਪਹਿਲਾਂ ਸੱਦਾ ਸਿੰਘ ਦੇ ਕਤਲ ਦਾ ਸ਼ੱਕ ਜਾਏਗਾ ਤੇ ਕਿਸ ਦੇ ਉੱਤੇ ਜਾਣਾ ਸੀ, ਜਿਉਣੇ ਤੇ ਜਾਣਾ ਸੀ। ਸੋ ਇਸ ਵਾਸਤੇ ਜਿਉਣੇ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਝੂਠ ਬੋਲੇ ਜਾਂ ਸੱਚ ਬੋਲੇ, ਲੁਕੇ ਜਾਂ ਕੀ ਕਰੇ। ਸਵੇਰ ਹੋ ਗਈ, ਦਿਨ ਚੜ ਆਇਆ, ਉਹ ਆਪਣੇ ਘਰ ਪਿੰਡ ਨੂੰ ਚੱਲ ਪਿਆ, ਪਿੰਡ ਵਾਪਸ ਚੱਲ ਕੇ ਕਿ ਆਪਣੇ ਘਰ ਜਾਣਾ ਵਾ। ਜਦੋਂ ਪਿੰਡ ਗਿਆ ਤੇ ਵੇਖਿਆ ਸਾਰੇ ਲੋਕ ਆਮ ਜਿਹੜੇ ਰੂਟੀਨ 'ਚ ਆਪਣਾ ਕੰਮ ਕਰਦੇ ਪਏ ਨੇ, ਕਿਸੇ ਨੂੰ ਅਜੇ ਤੱਕ ਖਬਰ ਹੀ ਨਹੀਂ ਮਿਲੀ ਸੀ ਕਿ ਸੱਦਾ ਸਿੰਘ ਦਾ ਕਤਲ ਹੋ ਗਿਆ। ਸੋ ਉਹ ਵੀ ਆਪਣੇ ਘਰ ਚਲਾ ਗਿਆ, ਪਰ ਉਹ ਬਹੁਤ ਘਬਰਾਇਆ ਹੋਇਆ ਸੀ। ਜਦੋਂ ਇਨਸਾਨ ਦੇ ਕੋਲੋਂ, ਕਿਸੇ ਵੀ ਇਨਸਾਨ ਕੋਲੋਂ ਕੋਈ ਗਲਤੀ ਜੋ ਕਿ ਕਤਲ ਵਰਗੀ ਵੱਡੀ ਗਲਤੀ ਹੋ ਜਾਂਦੀ ਤਾਂ ਜ਼ਰੂਰੀ ਹੈ ਕਿ ਉਸ ਦਾ ਘਬਰਾਉਣਾ ਵੀ ਜ਼ਰੂਰੀ ਹੋ ਜਾਂਦਾ ਹੈ। ਸੋ ਆਪਣੇ ਘਰ ਗਿਆ, ਉਸ ਰੋਟੀ ਮੰਗੀ ਖਾਣ ਵਾਸਤੇ, ਰੋਟੀ ਖਾਂਦਾ ਵੀ ਉਹ ਘਬਰਾਈ ਜਾਏ, ਉਸਨੂੰ ਪਤਾ ਨਹੀਂ ਲੱਗ ਰਿਹਾ ਸੀ ਕਿੰਨੀ ਉਹਨੂੰ ਭੁੱਖ ਹੈ, ਕਿੰਨੀਆਂ ਰੋਟੀਆਂ ਖਾਈ ਜਾ ਰਿਹਾ, ਕੀ ਉਹਦੇ ਨਾਲ ਹੋਈ ਜਾ ਰਿਹਾ, ਉਹਨੂੰ ਸਮਝ ਹੀ ਨਹੀਂ ਆ ਰਹੀ ਸੀ, ਕਿਉਂਕਿ ਉਸਦੇ ਹੱਥੋਂ ਕਤਲ ਹੋ ਚੁੱਕਾ ਸੀ। ਉਸਦੇ ਮਨ ਵਿੱਚ ਇੱਕ ਦਵੰਦ ਚੱਲ ਰਿਹਾ ਸੀ, ਇੱਕ ਦੁਵਿਧਾ ਚੱਲ ਰਹੀ ਸੀ ਕਿ ਉਹ ਸੱਚ ਬੋਲੇ ਜਾਂ ਨਾ ਬੋਲੇ। ਉਸਨੂੰ ਇਹ ਵੀ ਸੀ ਕਿ ਉਸਨੂੰ ਯਾਦ ਹੈ ਕਿ ਕਈ ਲੋਕ ਇਹੋ ਜਿਹੇ ਹੁੰਦੇ ਹਨ ਜਿਹੜੇ ਕਿ ਝੂਠੇ ਗਵਾਹ ਪੇਸ਼ ਕਰਕੇ ਬਚ ਜਾਂਦੇ ਹਨ। ਕਈ ਲੋਕ ਹੁੰਦੇ ਨੇ ਕਿ ਜਿਨ੍ਹਾਂ ਨੇ ਕਤਲ ਕੀਤਾ ਹੁੰਦਾ ਉਹ ਆਪਣਾ ਜਿਹੜਾ ਗੁਨਾਹ ਕਬੂਲ ਹੀ ਨਹੀਂ ਕਰਦੇ, ਆਪਣੇ ਮੂੰਹੋਂ ਕਬੂਲ ਹੀ ਨਹੀਂ ਕਰਦੇ, ਤੇ ਪੁਲਿਸ ਉਹਨਾਂ ਤੱਕ ਪਹੁੰਚ ਵੀ ਨਹੀਂ ਪਾਉਂਦੀ, ਬਚ ਜਾਂਦੇ ਨੇ। ਔਰ ਕਈ ਉਸਨੂੰ ਕੇਸ ਇਹੋ ਜਿਹੇ ਵੀ ਯਾਦ ਆ ਰਹੇ ਸੀ ਕਿ ਜਿਹੜੇ ਕਿ ਜਿਨ੍ਹਾਂ ਦੇ ਹੱਥੋਂ ਕਤਲ ਹੋਇਆ ਸੀ, ਸਾਲ ਪਿੱਛੋਂ, 2 ਸਾਲਾਂ ਪਿੱਛੋਂ ਵੀ ਪੁਲਿਸ ਉਹਨਾਂ ਨੂੰ ਫੜ ਕੇ ਲੈ ਗਈ ਸੀ। ਸੋ ਉਸਨੂੰ ਪਸ਼ੂ-ਪਸ਼ੀ ਵਿੱਚ ਸੀ ਕਿ ਉਹ ਕੀ ਕਰੇ। ਅਖੀਰ ਉਸਨੇ ਫੈਸਲਾ ਕੀਤਾ ਕਿ ਉਹ ਸੱਚ ਦੇ ਪਾਸੇ ਵੱਲ ਜਾਏਗਾ। ਅੱਜ ਤੱਕ ਉਹਨੇ ਕੋਈ ਮਾੜਾ ਕੰਮ ਨਹੀਂ ਕੀਤਾ, ਜੇ ਉਸ ਤੋਂ ਹੋ ਵੀ ਗਿਆ ਹੈ ਤਾਂ ਪੁਲਿਸ ਅੱਗੇ ਇਕਵਾਲੇ ਜੁਰਮ ਜਿਹੜਾ ਹੈ ਉਹ ਕਰੇਗਾ ਤੇ ਦੱਸੇਗਾ ਕਿ ਉਸਦੇ ਤੋਂ ਕਿਵੇਂ ਹੋਇਆ। ਸੋ ਉਹ ਬੋਲਣ ਲੱਗ ਪਿਆ, ਮੈਂ ਮਾਰਿਆ, ਮੈਂ ਮਾਰਿਆ, ਮੈਂ ਮਾਰਿਆ। ਉਹ ਬੋਲਦਾ ਬੋਲਦਾ ਪੂਰੇ ਪਿੰਡ ਵਿੱਚ ਭੱਜਣ ਲੱਗ ਗਿਆ, ਮੈਂ ਮਾਰਿਆ ਸੱਦਾ ਸਿੰਘ ਨੂੰ, ਮੈਂ ਮਾਰਿਆ, ਮੈਂ ਮੁੱਕਰਦਾ ਨਹੀਂ, ਮੈਂ ਮਾਰਿਆ ਇਹਨੂੰ। ਪੁਲਿਸ ਦੇ ਕੁਝ ਸਿਪਾਹੀ ਉੱਥੇ ਆ ਜਾਂਦੇ ਨੇ, ਉਸਨੂੰ ਪੁੱਛਦੇ ਨੇ ਕਿ ਕੀ ਹੋਇਆ। ਉਹ ਫਿਰ ਦੱਸਦਾ, ਉਹ ਬੜਬੜਾਉਂਦਾ ਹੈ, ਘਬਰਾਇਆ ਪਿਆ ਬੜਬੜਾਉਂਦਾ, ਬਦਹਵਾਸ ਹਾਲਾਤ ਵਿੱਚ ਹੀ ਬੋਲੀ ਜਾਂਦਾ, ਮੈਂ ਮਾਰਿਆ, ਮੇਰੇ ਹੱਥੋਂ ਕਤਲ ਹੋ ਗਿਆ, ਮੈਂ ਮੁੱਕਰਦਾ ਨਹੀਂ, ਮੇਰੇ ਹੱਥੋਂ ਕਤਲ ਹੋ ਗਿਆ। ਕਿਉਂਕਿ ਉਸਨੂੰ ਇਹ ਯਕੀਨ ਸੀ, ਉਸਨੇ ਕਿਹਾ ਕਿ ਮੈਂ ਸੱਚ ਬੋਲਾਂਗਾ, ਸੱਚ ਦਾ ਸਾਥ ਤਾਂ ਰੱਬ ਵੀ ਦਿੰਦਾ ਹੈ। ਤਾਂ ਉਸਨੂੰ ਯਕੀਨ ਸੀ ਕਿ ਮੈਂ ਸੱਚ ਬੋਲ ਦਾਂਗਾ ਤੇ ਹੋ ਸਕਦਾ ਕਿ ਬਾਅਦ ਜਦੋਂ ਮੈਂ ਸਾਰੇ ਹਾਲਾਤ ਦੱਸਾਂਗਾ ਕਿ ਕਿਸ ਕਰਕੇ ਕਤਲ ਹੋ ਗਿਆ, ਜਾਣਬੁੱਝ ਕੇ ਨਹੀਂ ਕੀਤਾ, ਅਣਜਾਣੇ ਚ ਹੋ ਗਿਆ, ਤੇ ਸ਼ਾਇਦ ਉਸਨੂੰ ਉਸਦੀ ਸਜ਼ਾ ਜਿਹੜੀ ਸੀ ਉਸਨੂੰ ਨਾ ਮਿਲੇ, ਉਸਨੂੰ ਬਰੀ ਕਰ ਦਿੱਤਾ ਜਾਏ। ਪਰ ਅਖੀਰ ਜਿਉਣੇ ਨੇ ਆਪਣਾ ਜਿਹੜਾ ਕਿ ਗੁਨਾਹ ਸੀ ਉਹ ਕਬੂਲ ਕਰ ਲਿਆ ਸੀ। ਸੋ ਇਹ ਕਹਾਣੀ ਸੀ ਇੱਕ ਸਧਾਰਨ ਆਦਮੀ ਜਿਸਦਾ ਕਿ ਨਾਮ ਸੀ ਜਿਉਣਾ, ਉਸਦਾ ਭਰਾ ਬਚਨ ਸਿੰਘ ਦੀ, ਔਰ ਜੋ ਕਿ ਬਹੁਤ ਹੀ ਸ਼ਰੀਫ ਔਰ ਇਮਾਨਦਾਰ ਸੀ। ਉਮੀਦ ਕਰ ਰਹੀ ਹਾਂ ਤੁਹਾਨੂੰ ਇਹ ਸਾਰੀ ਕਹਾਣੀ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ। ਪਰ ਫਿਰ ਵੀ ਜੇ ਕੋਈ ਚੀਜ਼ ਰਹਿ ਗਈ, ਜੋ ਤੁਹਾਨੂੰ ਚੀਜ਼ ਨਹੀਂ ਸਮਝ ਆਈ, ਤੁਸੀਂ ਮੇਰੇ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ। ਮੈਂ ਉਸ ਨੂੰ ਤੁਹਾਨੂੰ ਦੁਬਾਰਾ ਜਿਹੜਾ ਹੈ ਕਰਵਾਉਣ ਦੀ ਕੋਸ਼ਿਸ਼ ਕਰਾਂਗੀ। ਸੋ ਇੱਕ ਛੋਟੀ ਜਿਹੀ ਨਜ਼ਰ ਦੁਬਾਰਾ ਇੱਕ ਸਧਾਰਨ ਆਦਮੀ ਕਹਾਣੀ ਤੇ। ਮੁੱਖ ਕਿਰਦਾਰ ਜਿਉਣਾ 50-55 ਸਾਲ ਦਾ ਵਿਅਕਤੀ, ਬਹੁਤ ਸਧਾਰਨ ਜਿਹਾ। ਬਚਨ ਸਿੰਘ ਉਸਦਾ ਭਰਾ, ਸੱਦਾ ਸਿੰਘ 60-65 ਸਾਲ ਦਾ ਬਹੁਤ ਅੜਬ ਵਿਅਕਤੀ, ਔਰ ਕੁਝ ਪੁਲਿਸ ਵਾਲੇ। ਔਰ ਜਿਉਣੇ ਦੇ ਹੱਥੋਂ ਕਿਸ ਦਾ ਕਤਲ ਹੋ ਗਿਆ ਹੈ? ਸੱਦਾ ਸਿੰਘ ਦਾ। ਹੋਇਆ ਕਿਸ ਔਜ਼ਾਰ ਦੇ ਨਾਲ ਹੈ? ਕਹੀ ਜਾਂ ਕੱਸੀ ਦੇ ਨਾਲ। ਸੋ ਅਗਲੇ ਵਾਰ ਅਗਲੀ ਫਿਰ ਕਹਾਣੀ ਲੈ ਕੇ, ਅਗਲਾ ਚੈਪਟਰ ਲੈ ਕੇ ਤੁਹਾਡੇ ਸਾਹਮਣੇ ਆਵਾਂਗੀ। ਕੋਈ ਵੀ ਕੁਐਰੀ ਹੋਈ ਤੁਸੀਂ ਮੇਰੇ ਕਮੈਂਟ ਬਾਕਸ ਵਿੱਚ ਕਰ ਸਕਦੇ ਹੋ।